ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਨਾਰਾਇਣ ਨਰਪਤ ਨਮਸਕਾਰੈ ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੇ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਸੇਵਕ ਕੋ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤਿ ਮਲ ਹਿਰੈ। ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੇ। ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖ ਕੋ ਨਾਮ ਧਨ ਦੇ। ਗੁਰ ਕਾ ਸਿੱਖ ਵਡ ਭਾਗੀ ਤਰ ਚਿਆਰੇ ਇੱਕ ਟੇਕ ਤੂੰ ਲਾਹੇ ਬੜਾਨੀ ਆਸ। ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤੀ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉਦਮ ਕਰ ਰਹੇ ਹੋ। ਹੁਣੇ ਆਪ ਜੀ ਨੇ ਗੁਰੂ ਘਰ ਦੇ ਕੀਰਤਨੀਏ ਬਹੁਤ ਸਨਮਾਨਯੋਗ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਉਹਨਾਂ ਦੇ ਜਥੇ ਪਾਸੋਂ ਸ਼ਬਦ ਕੀਰਤਨ ਸਰਵਣ ਕੀਤੇ ਨੇ। ਅੱਜ ਮਹਾਨ ਪਵਿੱਤਰ ਦਿਵਸ ਜਿਹਨੂੰ ਅਸੀਂ ਬੰਦੀ ਛੋੜ ਦਿਵਸ ਦੇ ਨਾਮ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਾਂ, ਦੀਵਾਲੀ ਦਾ ਦਿਨ। ਇਸ ਮਹਾਨ ਪਵਿੱਤਰ ਦਿਹਾੜੇ ਨੂੰ ਇਸ ਪਾਵਨ ਅਸਥਾਨ 'ਤੇ ਸਿੱਖ ਗੁਰਦੁਆਰਾ ਸਨੇਹੋਜੀ ਦੀ ਸਮੂਹ ਸੰਗਤ, ਪ੍ਰਬੰਧਕ ਕਮੇਟੀ, ਆਪ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਬਹੁਤ ਸੋਹਣੇ ਢੰਗ ਦੇ ਨਾਲ ਮਨਾਉਂਦੇ ਨੇ। ਇਸ ਵਾਰ ਵੀ ਉਪਰਾਲਾ ਕੀਤਾ। ਤੁਸੀਂ ਬੜੇ ਪਿਆਰ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤ ਵੇਲੇ ਤੋਂ ਸਿੱਖ ਸੰਗਤਾਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾ ਕੇ ਤਨ ਮਨ ਧਨ ਦੇ ਨਾਲ ਗੁਰੂ ਘਰ ਦੇ ਵਿੱਚ ਲੰਗਰਾਂ ਦੇ ਵਿੱਚ ਸੇਵਾਵਾਂ ਕਰ ਰਹੀਆਂ। ਸਤਿਗੁਰੂ ਕਿਰਪਾ ਕਰਨ
ਸਾਡੀ ਸਾਰਿਆਂ ਦੀ ਕੀਤੀ ਹੋਈ ਸੇਵਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਘਰ ਦੇ ਵਿੱਚ ਪ੍ਰਵਾਨ ਕਰਨ। ਆਓ ਗੁਰਮੁਖੋ, ਕੁਝ ਸਮਾਂ ਆਪ ਜੀ ਨੇ ਬਖਸ਼ਿਸ਼ ਕੀਤਾ ਹੈ ਅੱਜ ਦੇ ਮਹਾਨ ਪਵਿੱਤਰ ਦਿਹਾੜੇ ਦੇ ਸੰਬੰਧ ਵਿੱਚ ਵਿਚਾਰਾਂ ਦਾ। ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲੱਗ ਜਾਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਦਿਹਾੜੇ ਨੂੰ ਕਈ ਧਰਮਾਂ ਦੇ ਲੋਕ ਮਨਾਉਂਦੇ ਨੇ, ਜਿਹਨੂੰ ਆਪਾਂ ਦੀਵਾਲੀ ਦਾ ਦਿਨ ਕਹਿੰਦੇ। ਸਨਾਤਨ ਧਰਮ ਵਾਲੇ ਹਿੰਦੂ ਵੀਰ ਇਸ ਦਿਹਾੜੇ ਨੂੰ ਉਹ ਆਪਣੇ ਜੋ ਇਹਨਾਂ ਦਾ ਇਤਿਹਾਸ ਲਿਖਿਆ ਹੈ ਵੀ 14 ਸਾਲ ਬਨਵਾਸ ਤੋਂ ਬਾਅਦ ਜਦੋਂ ਸ਼੍ਰੀ ਰਾਮ ਚੰਦਰ ਜੀ, ਸੀਤਾ ਜੀ, ਲਛਮਣ ਜੀ ਵਾਪਸ ਆਏ ਤੇ ਉਹਨਾਂ ਨੇ ਉਹਨਾਂ ਦੀ ਵਾਪਸ ਆਉਣ ਦੀ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ। ਸਨਾਤਨ ਧਰਮ ਵਾਲੇ ਵੀਰ ਉਸ ਅਸਥਾਨ 'ਤੇ ਇਸ ਪਵਿੱਤਰ ਦਿਹਾੜੇ ਨੂੰ ਉਹ ਮਨਾਉਂਦੇ। ਹੋਰ ਵੀ ਕਈ ਧਰਮਾਂ ਦੇ ਵਿੱਚ ਦੀਵਾਲੀ ਨੂੰ ਮਨਾਇਆ ਜਾਂਦਾ ਹੈ। ਸਿੱਖ ਧਰਮ ਦੇ ਵਿੱਚ ਜੋ ਅਸੀਂ ਦੀਵਾਲੀ ਦਾ ਦਿਨ ਮਨਾਉਂਦੇ ਹਾਂ, ਸਾਡੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ 6ਵੇਂ ਵਾਰਸ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦੀ ਵਡਿਆਈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਕਰਦਿਆਂ ਆਪਣੀ ਰਸਨਾ ਤੋਂ ਬਚਨ ਕਹੇ ਨੇ, 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਭਾਰੀ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਅਸੀਂ ਉਹਨਾਂ ਦੇ ਇਤਿਹਾਸ ਨੂੰ ਜੋ ਪੜ੍ਹਿਆ ਹੈ, ਸੁਣਿਆ ਹੈ ਸਿੱਖ ਸੰਗਤਾਂ ਨੇ, ਉਸ ਅਨੁਸਾਰ ਅਸੀਂ ਦੀਵਾਲੀ ਦਾ ਦਿਨ ਮਨਾਉਂਦੇ। ਅਤੇ ਮੈਂ ਇੱਕ ਹੋਰ ਬੇਨਤੀ ਕਰਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਅਸੀਂ 10 ਗੁਰੂ ਸਾਹਿਬਾਨਾਂ ਦੇ ਪੁਰਬ ਮਨਾਉਂਦੇ ਹਾਂ, ਜਿਨ੍ਹਾਂ ਦੇ ਵਿੱਚ ਪ੍ਰਕਾਸ਼ ਦਿਹਾੜਾ ਆ ਜਾਂਦਾ ਹੈ, ਜਿਨ੍ਹਾਂ ਦੇ ਵਿੱਚ ਗੁਰਤਾ ਗੱਦੀ ਦਿਵਸ ਆ ਜਾਂਦਾ ਹੈ, ਜਿਨ੍ਹਾਂ ਦੇ ਵਿੱਚ ਜੋਤੀ ਜੋਤ ਦਿਵਸ ਆ ਜਾਂਦਾ ਹੈ। ਇਹ 3 ਦਿਹਾੜੇ ਅਸੀਂ ਮਨਾਉਂਦੇ ਹਾਂ। ਪਰ ਆਪ ਸੰਗਤਾਂ ਨੂੰ ਗਿਆਤ ਹੋਵੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਸ ਤੋਂ ਇਲਾਵਾ 3 ਦਿਹਾੜੇ ਅਸੀਂ ਹੋਰ ਮਨਾਉਂਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਉਹ ਕਿਹੜੇ ਕਿਹੜੇ ਦਿਹਾੜੇ ਨੇ? ਪਹਿਲਾ ਤੇ ਪ੍ਰਕਾਸ਼ ਦਿਹਾੜਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਸੀਂ ਮਨਾਉਂਦੇ। ਉਸ ਤੋਂ ਬਾਅਦ ਅਸੀਂ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਨ 1606 ਦੇ ਵਿੱਚ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਉਹ ਅਸੀਂ ਗੁਰਤਾ ਗੱਦੀ ਦਿਹਾੜਾ ਉਹਨਾਂ ਦਾ ਮਨਾਉਂਦੇ ਹਾਂ। ਪਰਤ ਕੇ ਉਹਨਾਂ ਦਾ ਜੋਤੀ ਜੋਤ ਦਿਹਾੜਾ ਮਨਾਉਂਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਉਸ ਤੋਂ ਇਲਾਵਾ ਅਸੀਂ ਪਤਾ ਕਿਹੜੇ ਦਿਹਾੜੇ ਮਨਾਉਂਦੇ? ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਇੱਕ ਦਿਹਾੜਾ ਅਸੀਂ ਮਨਾਉਂਦੇ ਹਾਂ ਮੀਰੀ ਪੀਰੀ ਦਾ ਦਿਵਸ, ਜਿਸ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਉਹ ਵੀ ਦਿਹਾੜਾ ਅਸੀਂ ਮਨਾਉਂਦੇ ਹਾਂ ਮੀਰੀ ਪੀਰੀ ਦਾ। ਅਤੇ ਤੀਸਰਾ ਦਿਹਾੜਾ ਮਨਾਉਂਦੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਦਿਵਸ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਸੀਂ ਦਿਹਾੜਾ ਮਨਾਉਂਦੇ। ਇੱਕ ਤੀਸਰਾ ਦਿਹਾੜਾ ਅਸੀਂ ਅੱਜ ਮਨਾ ਰਹੇ, ਜਿਹਨੂੰ ਅਸੀਂ ਬੰਦੀ ਛੋੜ ਦਿਵਸ ਕਹਿੰਦੇ ਹਾਂ। ਇਹ 3 ਐਕਸਟਰਾ ਦਿਹਾੜੇ ਨੇ ਜਿਹੜੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਨਾਲ ਅਸੀਂ ਸੰਬੰਧਿਤ ਮਨਾਉਂਦੇ ਹਾਂ। ਅਤੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਬੈਠੀਆਂ ਹਨ, ਪਿਛਲੇ ਦਿਨੀ ਮੈਂ ਇਤਿਹਾਸ ਪੜ੍ਹ ਰਿਹਾ ਸੀ ਸਿੱਖਾਂ ਦਾ। ਵਰਲਡ ਦੇ ਵਿੱਚ 195 ਦੇਸ਼ਾਂ ਦਾ ਜ਼ਿਕਰ ਕੀਤਾ ਹੈ ਲੋਕਾਂ ਨੇ, ਪੜ੍ਹਿਆ ਲਿਖਿਆ ਨੇ, ਵਿਗਿਆਨ ਨੇ। 136 ਦੇਸ਼ ਨੇ, ਇਸ ਤੋਂ ਵੱਧ ਹੋ ਸਕਦੇ ਨੇ, ਉਹਨਾਂ ਨੇ ਆਲਮੋਸਟ ਗਿਣਤੀ ਦੱਸੀ, ਜਿਨ੍ਹਾਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਣ ਗਾਏ ਜਾਂਦੇ, ਭਾਵ ਗੁਰੂ ਘਰ ਬਣੇ ਨੇ। ਅਤੇ ਜਿੱਥੇ ਵੀ ਗੁਰੂ ਘਰ ਬਣੇ ਨੇ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਰਹਿੰਦੀਆਂ ਨੇ,
ਉੱਥੇ ਇਹ ਮਹਾਨ ਪਵਿੱਤਰ ਦਿਹਾੜਾ ਬੰਦੀ ਛੋੜ ਦਿਵਸ ਸਿੱਖ ਸੰਗਤਾਂ ਮਨਾ ਰਹੀ। ਇਹਦਾ ਇਤਿਹਾਸ ਥੋੜ੍ਹਾ ਜਿਹਾ, ਹਾਲਾਂਕਿ ਚਲੋ ਆਪਾਂ ਹਰ ਦੀਵਾਲੀ 'ਤੇ ਇਹਨੂੰ ਸਾਂਝਾ ਕਰਦੇ ਹਾਂ, ਪਰ ਇੱਕ ਮੈਂ ਬੇਨਤੀ ਕਰਾਂ ਗੁਰਮੁਖੋ, ਗੁਰਬਾਣੀ ਜਿਹੜੀ ਨਾ, ਗੁਰਬਾਣੀ ਇਹ ਕਦੀ ਪੁਰਾਣੀ ਨਹੀਂ ਹੁੰਦੀ। ਆਪਾਂ ਇਹ ਨਹੀਂ ਕਹਿ ਸਕਦੇ ਵੀ ਜਪਜੀ ਸਾਹਿਬ ਰੋਜ਼ ਪੜ੍ਹਦੇ ਆ ਪੁਰਾਣਾ ਹੋ ਗਿਆ, ਨਹੀਂ। ਨਿੱਤ ਨਵੀਂ ਸਾਨੂੰ ਜੀਵਨ ਜੁਗਤੇ ਦੇ ਵਿੱਚੋਂ ਮਿਲਦੀ, ਨਿੱਤ ਨਵੀਆਂ ਵਾਹਿਗੁਰੂ ਦੀਆਂ ਬਖਸ਼ਾਂ ਮਿਲਦੀਆਂ, ਨਿੱਤ ਨਵੀਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਰਹਿਮਤਾਂ ਮਿਲਦੀਆਂ। ਨਿੱਤ ਨਵਾਂ ਸਤਿਗੁਰ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ ਸਤਿਗੁਰੂ ਨਿੱਤ ਨਵੇਂ। ਅਤੇ ਜਿਹੜਾ ਗੁਰੂ ਦਾ ਇਤਿਹਾਸ ਹੈ ਨਾ, ਆਪਾਂ ਕਹਾਂ ਲਓ ਜੀ ਪਿਛਲੀ ਦੀਵਾਲੀ 'ਤੇ ਵੀ ਗੁਰੂ ਦਾ ਇਤਿਹਾਸ ਵੀ ਕਦੀ ਪੁਰਾਣਾ ਨਹੀਂ ਹੁੰਦਾ। ਜਦੋਂ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆਏਗਾ, ਸਾਨੂੰ ਨਨਕਾਣਾ ਸਾਹਿਬ ਯਾਦ ਆਏਗਾ। ਜਦੋਂ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਸੀਂ ਪ੍ਰਕਾਸ਼ ਦਿਹਾੜਾ ਮਨਾਵਾਂਗੇ, ਉਸੇ ਵੇਲੇ ਸਾਡੀਆਂ ਸੁਰਤੀਆਂ ਗੋਇੰਦਵਾਲ ਸਾਹਿਬ ਚਲੀਆਂ ਜਾਣਗੀਆਂ। ਜਦੋਂ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਸੀਂ ਪ੍ਰਕਾਸ਼ ਦਿਹਾੜਾ ਮਨਾਵਾਂਗੇ, ਹਰ ਸਾਲ ਮਨਾਉਂਦੇ ਅਸੀਂ, ਉਸੇ ਵੇਲੇ ਪਟਨਾ ਸਾਹਿਬ ਦੀ ਧਰਤੀ 'ਤੇ ਸਿੱਖ ਸੰਗਤਾਂ ਦੀਆਂ ਸੁਰਤੀਆਂ ਚਲੀਆਂ ਜਾਂਦੀਆਂ ਨੇ। ਕੋਈ ਵੀ ਦਿਹਾੜਾ ਆਵੇ, ਗੁਰੂਆਂ ਦਾ ਇਤਿਹਾਸ ਦੇ ਨਾਲ ਸਾਂਝਾ ਕੀਤਾ। ਹਰ ਦੀਵਾਲੀ 'ਤੇ ਅਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਗੁਣ ਗਾਇਨ ਕਰਦੇ ਹਾਂ। ਕਦੀ ਇਹ ਨਹੀਂ ਕਹਿਣਾ ਵੀ ਇਹ ਤਾਂ ਪਿਛਲੀ ਵਾਰੀ ਨਹੀਂ। ਗੁਰਮੁਖੋ, ਇਹ ਕੋਈ ਪਤਾ ਨਹੀਂ ਜੇ ਕਿਹੜੀ ਦੀਵਾਲੀ 'ਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਹਾਂ, ਸੰਗਤ ਵਿੱਚ ਬੈਠੇ ਹਾਂ। ਪਤਾ ਨਹੀਂ ਕਿਹੜੇ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਕਥਾ ਕਹਾਣੀਆਂ ਸਾਡੇ ਅੰਦਰ ਘਰ ਕਰ ਜਾਣ, ਕਿਤੇ ਸਾਡੇ 'ਤੇ ਵੀ ਗੁਰੂ ਦੀ ਬਖਸ਼ਿਸ਼ ਹੋ ਜਾਏ। ਇਹ ਭਾਵਨਾ ਦੇ ਨੇ ਜਦੋਂ ਦਿਨ ਹੁੰਦੇ ਨੇ ਨਾ, ਦਿਨ ਹੁਣ ਵੇਖੋ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹਾਂ, ਹਾਲਾਂਕਿ ਹਰ ਸਾਲ ਮਨਾਉਂਦੇ, ਕਹਿੰਦੇ ਵੀ ਚਲੋ ਰਹਿਣ ਦਿੰਦੇ, ਨਹੀਂ। ਜਦੋਂ ਬੱਚੇ ਦਾ ਜਨਮ ਦਿਨ ਆਉਂਦਾ ਹੈ ਨਾ, ਸਾਲ ਬਾਅਦ, ਮਾਤਾ ਪਿਤਾ ਦੇ ਅੰਦਰ ਦੀਆਂ ਭਾਵਨਾ ਹੀ ਬਦਲ ਜਾਂਦੀਆਂ ਨੇ, ਅੰਦਰ ਇੱਕ ਹੋਰ ਨਵੀਂ ਖੁਸ਼ੀ ਦੀ ਲਹਿਰ ਦੌੜ। ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬਾਨਾਂ ਦਾ ਕੋਈ ਵੀ ਦਿਹਾੜਾ ਆਵੇ ਨਾ, ਇਹ ਕਦੀ ਨਹੀਂ ਕਹਿਣਾ ਲਓ ਜੀ ਅਸੀਂ ਹਰ ਵਕਤ ਮਨਾਉਂਦੇ, ਨਹੀਂ। ਗੁਰਮੁਖੋ, ਹਰ ਸਾਲ ਮਨਾਉਣਾ ਹੈ, ਹਰ ਵਕਤ ਮਨਾਉਣਾ ਹੈ। ਅਤੇ ਜਦੋਂ ਵੀ ਗੁਰੂ ਸਾਹਿਬਾਨਾਂ ਦੇ ਦਿਹਾੜੇ ਆਉਂਦੇ ਨੇ ਨਾ, ਸਿੱਖ ਦਾ ਹਿਰਦਾ ਸ਼ਰਧਾ ਭਾਵਨਾ ਨਾਲ ਭਰਿਆ ਹੁੰਦਾ ਹੈ। ਉਸੇ ਦਿਨ ਅੰਦਰ ਉਹਦਾ ਮਨ ਜਿਹੜਾ ਹੈ ਨਾ, ਇੱਕ ਕੋਮਲ ਅਵਸਥਾ ਵਿੱਚ ਆ ਜਾਂਦਾ ਹੈ ਵੀ ਅੱਜ ਗੁਰੂ ਸਾਹਿਬਾਨਾਂ ਦੇ ਪੁਰਬ ਨੇ, ਅੱਜ ਮੈਂ ਜ਼ਰੂਰ ਨਤਮਸਤਕ ਹੋਣ ਜਾਣਾ। ਇਹੋ ਜਿਹੀ ਵੀ ਆਪਾਂ ਵੇਖਦੇ ਵੀ ਕਈ ਵਾਰੀ ਨਹੀਂ ਸਮਾਂ ਮਿਲਦਾ, ਪਰ ਜਦੋਂ ਕਿਤੇ ਪੁਰਬ ਆਉਂਦਾ ਹੈ, ਬੰਦਾ ਕਹਿੰਦਾ ਅੱਜ ਮੈਂ ਜ਼ਰੂਰ ਕੰਮ ਤੋਂ ਸਮਾਂ ਕੱਢ ਕੇ ਮੈਂ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਜਾਣਾ। ਖੈਰ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੇ ਨਾਲ ਇਹ ਅੱਜ ਦਾ ਦਿਹਾੜਾ ਬਹੁਤ ਸੰਬੰਧ ਗੂੜਾ ਰੱਖਦਾ। ਇਸ ਦਿਨ ਭਾਣਾ ਕੀ ਵਾਪਰਿਆ ਸੀ? ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਵੇਲੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਨੇ ਨਾ, ਤੇ ਪਹਿਲੇ ਦਿਨ ਉਹਨਾਂ ਨੇ ਆਪਣੀ ਰਸਨਾ ਤੋਂ ਉੱਚੀ ਆਵਾਜ਼ ਵਿੱਚ ਸਿੱਖ ਸੰਗਤਾਂ ਨੂੰ ਬਚਨ ਕਹੇ। ਪਤਾ ਕੀ ਕਿਹਾ ਸੀ? ਕਹਿਣ ਲੱਗੇ, ਸਿੱਖੋ, ਜਿਨ੍ਹਾਂ ਨੇ ਸਾਡੀ ਖੁਸ਼ੀ ਲੈਣੀ, ਜਿਨ੍ਹਾਂ ਨੇ ਸਾਡੀ ਪ੍ਰਸੰਨਤਾ ਲੈਣੀ ਹੈ, ਉਹ ਸਾਡੇ ਘਰ ਦੇ ਵਿੱਚ ਮਾਇਆ ਭੇਟ ਨਾ ਕਰਨ, ਉਹ ਸਾਡੇ ਘਰ ਦੇ ਵਿੱਚ ਸੋਹਣੇ ਵਸਤਰ ਭੇਟ ਨਾ ਕਰਨ। ਪੁੱਛਿਓ ਮਹਾਰਾਜ ਜੀ ਕੀ ਲੈ ਕੇ ਆਈਏ ਤੁਹਾਡੀ ਪ੍ਰਸੰਨਤਾ ਮਿਲ ਜਾਏ? ਤੇ ਮਹਾਰਾਜ ਜੀ ਨੇ ਪਹਿਲੇ ਦਿਨ ਉੱਚੀ ਆਵਾਜ਼ ਵਿੱਚ ਬਚਨ ਕਹੇ ਸੀ। ਕਹਿਣ ਲੱਗੇ, ਸਿੱਖੋ, ਜਿਨ੍ਹਾਂ ਨੇ ਸਾਡੀ ਖੁਸ਼ੀ ਲੈਣੀ ਹੈ ਨਾ, ਸੋਹਣੇ ਸ਼ਸਤਰ ਲੈ ਕੇ ਆਓ। ਜਿਨ੍ਹਾਂ ਨੇ ਸਾਡੀ ਖੁਸ਼ੀ ਲੈਣੀ ਹੈ, ਸੋਹਣੇ ਘੋੜੇ ਲੈ ਕੇ ਆਓ। ਜਿਨ੍ਹਾਂ ਨੇ ਸਾਡੀ ਪ੍ਰਸੰਨਤਾ ਲੈਣੀ ਹੈ, ਉਹ ਆਪਣੀਆਂ ਜਵਾਨੀਆਂ ਭੇਟ ਕਰਨ। ਪੁੱਛਿਆ ਮਹਾਰਾਜ ਜੀ ਇਹਨਾਂ ਚੀਜ਼ਾਂ ਦੀ ਲੋੜ ਕੀ ਪੈ ਗਈ? ਤੇ ਮੇਰੇ ਸਤਿਗੁਰਾਂ ਨੇ ਬਚਨ ਕਹਿ ਦਿੱਤੇ ਸੀ, ਭਲਿਓ, ਜੇ ਹੁਣ ਵੀ ਇਹਨਾਂ ਚੀਜ਼ਾਂ ਨੂੰ ਨਾ ਵਰਤਾਂਗੇ ਤੇ ਕਦੋਂ ਵਰਤਾਂਗੇ? ਕਹਿਣ ਲੱਗੇ, ਕੁਝ ਦਿਨ ਹੀ ਹੋਏ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਪੁੰਜ, ਸਾਡੇ ਪਿਤਾ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਵਾਰਸ, ਜਿਨ੍ਹਾਂ ਨੂੰ ਲਾਹੌਰ ਦੀ ਧਰਤੀ ਤੇ ਇਹਨਾਂ ਲੋਕਾਂ ਨੇ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਹੈ। ਕਹਿਣ ਲੱਗੇ, ਸਿੱਖੋ, ਜੇ ਹੁਣ ਵੀ ਹੱਥ ਵਿੱਚ ਸ਼ਸਤਰ ਨਾ ਫੜੋਗੇ ਤੇ ਕਦੋਂ ਫੜੋਗੇ? ਕਿਉਂਕਿ ਹੁਣ ਤੇ ਇਹ ਲੋਕ ਵਿਚਾਰ ਨਾਲ ਨਹੀਂ, ਇਹ ਤਲਵਾਰ ਨਾਲ ਹੀ ਸਾਡੀ ਗੱਲ ਸੁਣੋ। ਜਦੋਂ ਆਹ ਬਚਨ ਕਹੇ ਨਾ, ਉਸ ਵੇਲੇ ਪਹਿਲੇ ਦਿਨ ਹੀ ਗੁਰਮੁਖੋ 500 ਜਵਾਨ ਜਿਹੜਾ ਸੀ ਮਹਾਰਾਜ ਦੇ ਚਰਨਾਂ ਵਿੱਚ ਖਲੋ ਗਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਸਤਿਗੁਰੂ, ਬਸ ਸਵੇਰ ਦਾ ਤੇ ਸ਼ਾਮ ਦਾ ਪ੍ਰਸ਼ਾਦਾ ਦੇ ਦਿਆ ਜੇ, 6 ਮਹੀਨਿਆਂ ਬਾਅਦ ਤਨ ਢੱਕਣ ਵਾਸਤੇ ਬਸਤਰ ਦੇ ਦਿਆ ਜੇ। ਆ ਜਵਾਨੀ ਜਿੱਥੇ ਕਹੋਗੇ ਤੁਹਾਡੇ ਲੇਖੇ ਲਾ ਦਿਆਂ, ਜਿੱਥੇ ਕਹੋਗੇ ਅਸੀਂ ਆਪਣਾ ਸਿਰ ਦੇ ਦਿਆਂਗੇ, ਤੁਹਾਡੇ ਤੋਂ ਪਿੱਛੇ ਨਹੀਂ ਹੋਵਾਂਗੇ। ਜਦੋਂ ਇਹ ਵਾਰ
ਸਾਰੀ ਜਗ੍ਹਾ 'ਤੇ ਇਹ ਵਾਰਦਾਤਾਂ ਘੁੰਮੀਆਂ ਨੇ, ਸਾਰੇ ਪੰਜਾਬ ਦੇ ਵਿੱਚ ਇਹ ਗੱਲਾਂ ਪਹੁੰਚੀਆਂ ਨੇ। ਲੋਕਾਂ ਨੇ ਵਹੀਰਾਂ ਘੱਤ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚਣਾ ਕੀਤਾ। ਕਿਸੇ ਨੇ ਸ਼ਸਤਰ ਭੇਟ ਕੀਤੇ ਨੇ, ਕਿਸੇ ਨੇ ਘੋੜੇ ਭੇਟਾ ਕੀਤੇ ਨੇ, ਕਿਸੇ ਨੇ ਮਾਇਆ ਦੇ ਅੰਬਾਰ ਲਾ ਦਿੱਤੇ। ਕੋਈ ਵਿਚਾਰਾ ਗਰੀਬ ਸੀ, ਉਹ ਕਹਿਣ ਲੱਗਾ ਮਹਾਰਾਜ ਮੇਰੀ ਜਵਾਨੀ ਤੁਹਾਡੇ ਹਵਾਲੇ। ਜਦੋਂ ਮਹਾਰਾਜ ਨੇ ਸਿੱਖਾਂ ਦੇ ਹੱਥਾਂ ਦੇ ਵਿੱਚ ਸ਼ਸਤਰ ਫੜਾ ਦਿੱਤੇ ਤੇ ਇਹ ਆਵਾਜ਼ ਕੱਲੀ ਪੰਜਾਬ ਦੀ ਧਰਤੀ ਤੱਕ ਨਹੀਂ ਜੇ ਰਹੀ, ਇਹ ਆਵਾਜ਼ ਦਿੱਲੀ ਤੱਕ ਗੂੰਜਾਂ ਪਾ ਉੱਠੀ ਸੀ। ਉਸ ਵੇਲੇ ਚੰਦੂ ਵਰਗਿਆਂ ਨੇ ਜਹਾਂਗੀਰ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਸੀ ਤੇ ਆਪਣੀ ਜ਼ਬਾਨ ਤੋਂ ਬਚਨ ਕਹਿ ਦਿੱਤੇ ਸੀ, ਬਾਦਸ਼ਾਹ ਜਹਾਂਗੀਰ, ਜਿਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੁਹਾਡੇ ਹੁਕਮ ਦੇ ਨਾਲ ਲਾਹੌਰ ਦੀ ਧਰਤੀ ਤੇ ਸ਼ਹੀਦ ਕਰ ਦਿੱਤਾ ਹੈ, ਉਹਦਾ ਪੁੱਤਰ ਅੱਜ ਬਗਾਵਤ ਤੇ ਉਤਰ ਆਇਆ। ਪੁੱਛਿਆ ਜੀ ਉਹਨੇ ਕੀ ਕੀਤਾ? ਕਹਿਣ ਲੱਗੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਿਆ ਏ, ਪਰ ਉਹਨੇ ਹੱਥ ਦੇ ਵਿੱਚ ਮਾਲਾ ਨਹੀਂ ਫੜੀ, ਆਪਣੇ ਸਿੱਖਾਂ ਨੂੰ ਮਾਲਾ ਨਹੀਂ ਫੜਾਈ, ਆਪਣੇ ਹੱਥ ਵਿੱਚ ਵੀ ਕਿਰਪਾਨ ਫੜ ਲਈਏ ਤੇ ਆਪਣੇ ਸਿੱਖਾਂ ਦੇ ਹੱਥਾਂ ਵਿੱਚ ਵੀ ਕਿਰਪਾਨਾਂ ਫੜਾ ਦਿੱਤੀਆਂ ਨੇ। ਉਹ ਬਗਾਵਤ ਤੇ ਉਤਰ ਆਇਆ। ਬਸ ਗੁਰਮਖੋ, ਇਹ ਬਾਦਸ਼ਾਹ ਦੇ ਜਹਾਂਗੀਰ ਦੇ ਕੰਨਾਂ ਵਿੱਚ ਆਵਾਜ਼ ਪਈ, ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਿਆ ਸੀ। ਉਹਨੂੰ ਵੀ ਪਤਾ ਸੀ ਜਿਸ ਘਰ ਦੇ ਨਾਲ ਮੈਂ ਮੱਥਾ ਲਾਇਆ ਹੁਣ ਬਹੁਤੀ ਦੇਰ ਤੱਕ ਮੈਂ ਟਿਕਿਆ ਨਹੀਂ ਰਵਾਂਗਾ। ਗੁਰਮਖੋ, ਜਦੋਂ ਆਹ ਭਾਣਾ ਵਾਪਰਿਆ, ਕੁਝ ਚੰਦੂ ਨੇ ਕੰਨ ਭਰੇ, ਕੁਝ ਪ੍ਰਿਥੀਏ ਨੇ ਕੰਨ ਭਰੇ, ਕੁਝ ਲੋਕਾਂ ਨੇ ਕੰਨ ਭਰੇ। ਥੋੜ੍ਹੇ ਸਮੇਂ ਬਾਅਦ ਹੀ ਜਹਾਂਗੀਰ ਬਾਦਸ਼ਾਹ ਦੇ ਘਰ ਦੇ ਵਿੱਚ ਹੁਕਮ ਜਾਰੀ ਹੋ ਗਿਆ ਸੀ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦਿੱਲੀ ਲੈ ਕੇ ਆਂਦਾ ਜਾਏ। ਸਮਾਂ ਐਸਾ ਬਣਿਆ, ਮਹਾਰਾਜ ਜੀ ਉਸ ਅਸਥਾਨ 'ਤੇ ਗਏ ਨੇ, ਪਰਤ ਕੇ ਗੱਲਬਾਤ ਹੋਈ ਤੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ ਸੀ। ਹਾਲਾਂਕਿ ਚਲੋ ਅਸੀਂ ਆਪਣੀ ਨਜ਼ਰ ਦੇ ਨਾਲ ਵੇਖੀਏ ਤੇ ਇਤਿਹਾਸ ਪੜ੍ਹਦੇ ਹਾਂ, ਸੁਣਦੇ ਹਾਂ, ਇਹ ਲਿਖਿਆ ਹੈ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ। ਪਰ ਮੈਂ ਇੱਕ ਬੇਨਤੀ ਕਰਾਂ ਗੁਰਮਖੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਘਰ ਜਿਹੜਾ ਹੈ ਨਾ, ਉਹ ਪਰਮਾਤਮਾ ਦਾ ਘਰ ਹੈ। ਗੁਰੂ ਸਾਡੇ ਵਾਸਤੇ ਪਰਮਾਤਮਾ ਹੈ, ਵਾਹਿਗੁਰੂ ਹੈ। ਜਿਵੇਂ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਨੇ ਵੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰ, ਜੋਤ ਰੂਪ ਹਰ ਆਪ ਗੁਰੂ ਨਾਨਕ ਕੁਹਾਇਓ, ਤਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਪਰ, ਪਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ, ਪ੍ਰਤੱਖ ਹਰ ਗੁਰੂ ਨਾਨਕ ਦਾ ਘਰ ਪ੍ਰਤੱਖ ਹਰੀ ਦਾ ਰੂਪ ਹੈ। ਤੇ ਆਪ ਸੰਗਤਾਂ ਨੂੰ ਗਿਆਤ ਹੋਵੇ, ਜਿਸ ਗੁਰੂ ਨੂੰ ਗਵਾਲੀਅਰ ਦੇ ਕਿਲੇ ਵਿੱਚ ਬਾਦਸ਼ਾਹ ਨੇ ਪਹੁੰਚਾ ਦਿੱਤਾ, ਉਹਨਾਂ ਦੀ ਨਜ਼ਰ ਵਿੱਚ, ਲੋਕਾਂ ਦੀ ਨਜ਼ਰ ਵਿੱਚ ਵੇਖਿਆ ਜਾਏ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਹੈ। ਪਰ ਮੈਂ ਬੇਨਤੀ ਕਰਾਂ ਗੁਰਮਖੋ, ਜਿਹੜਾ ਗੁਰੂ ਸੰਸਾਰ ਦੇ ਕੈਦੀਆਂ ਨੂੰ ਛਡਾਉਣ ਵਾਸਤੇ ਆਇਆ ਹੈ, ਉਹ ਕਦੀ ਆਪ ਕੈਦ ਵਿੱਚ ਉਹਨੂੰ ਸੰਸਾਰ ਦੀ ਤਾਕਤ ਨਹੀਂ ਜੇ ਕਰ ਸਕਦੀ। ਕੁਝ ਐਸੀ ਪਰਮਾਤਮਾ ਨੇ ਬੇਦੀ ਬਣਾ ਦਿੱਤੀ ਸੀ ਪਹਿਲਾਂ ਹੀ ਵੀ ਜਿਸ ਗਵਾਲੀਅਰ ਦੇ ਕਿਲੇ ਵਿੱਚ 52 ਰਾਜੇ ਵਿਚਾਰੇ ਤੜਫ ਤੜਫ ਕੇ ਮਰਦੇ ਪਏ ਨੇ, ਉਹਨਾਂ ਦੀ ਬੰਦ ਖਲਾਸੀ ਜੇ ਕੋਈ ਕਰਾ ਸਕਦਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਰਾ ਸਕਦਾ। ਖੈਰ, ਕੁਝ ਭਾਣਾ ਐਸਾ ਵਾਪਰਿਆ, ਮਹਾਰਾਜ ਜੀ ਉਸ ਅਸਥਾਨ 'ਤੇ ਪਹੁੰਚ ਗਏ ਨੇ ਗਵਾਲੀਅਰ ਦੇ ਕਿਲੇ ਦੇ, ਤੇ ਜਿੱਥੇ ਗੁਰੂ ਦੇ ਚਰਨ ਪੈ ਜਾਣ ਗੁਰਮਖੋ, ਉਹ ਕੈਦ ਵੀ ਗੁਰੂ ਦਾ ਘਰ ਪੂਜਣ ਯੋਗ ਬਣ ਜਾਂਦੀ। ਸਮਾਂ ਐਸਾ ਆਇਆ, ਉਹਨਾਂ ਸਮਿਆਂ ਦੇ ਵਿੱਚ ਜਹਾਂਗੀਰ ਬਾਦਸ਼ਾਹ ਅੱਤ ਦਾ ਨਿਸ਼ਈ ਬੰਦਾ ਸੀ, ਅੱਤ ਦਾ ਵਿਸ਼ਈ ਬੰਦਾ ਸੀ। ਇਹਦੇ ਤਨ ਨੂੰ ਬਹੁਤ ਭਾਰੀ ਰੋਗ ਲੱਗ ਗਿਆ। ਇਹਦੇ ਘਰ ਵਾਲੀ ਜਿਹੜੀ ਬੇਗਮ ਸੀ ਨੂਰ ਜਹਾਂ, ਉਹ ਉਸ ਵੇਲੇ ਉਹਨੇ ਪਹੁੰਚ ਕੀਤੀ ਸੀ ਸਾਈਂ ਮੀਆਂ ਮੀਰ ਕੋਲ। ਆਪ ਸੰਗਤਾਂ ਨੂੰ ਗਿਆ, ਦਿੱਲੀ ਦੀ ਧਰਤੀ 'ਤੇ ਭਾਣਾ ਵਾਪਰ, ਸਾਈਂ ਮੀਆਂ ਮੀਰ ਜੀ ਬੈਠੇ ਨੇ, ਵਜ਼ੀਰ ਖਾਂ ਵੀ ਉੱਥੇ ਬੈਠਾ ਸੀ। ਉਹ ਵਜ਼ੀਰ ਖਾਂ ਜਿਹੜਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹਨੂੰ ਅਰੋਗਤਾ ਮਿਲੀ ਸੀ, ਦੋਨੇ ਜਾਣੇ ਇਹ ਸੱਜਣ ਬੈਠੇ ਸਨ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਭੌਰੇ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ ਦੀ ਸ਼ਰਧਾ ਪੜ੍ਹਨੀ ਹੋਵੇ ਨਾ, ਤੇ ਸਾਈਂ ਮੀਆਂ ਮੀਰ ਨੂੰ ਕਦੀ ਨਾ ਭੁੱਲਿਆ। ਇੱਥੋਂ ਤੱਕ ਜੇ ਲਾਹੌਰ ਦੀ ਧਰਤੀ 'ਤੇ ਜੇ ਕੋਈ ਬਾਦਸ਼ਾਹ ਜਾਂਦਾ ਸੀ ਨਾ ਸਾਈਂ ਮੀਆਂ ਮੀਰ ਨੂੰ ਮਿਲਣ ਵਾਸਤੇ, ਤਾਂ ਆਪਣੀ ਕੁਟੀਆ ਦਾ ਦਰਵਾਜ਼ਾ ਤੱਕ ਨਹੀਂ ਸੀ ਖੋਲ੍ਹਦਾ। ਬਾਹਰ ਬਾਦਸ਼ਾਹ ਨੂੰ ਧਰਤੀ 'ਤੇ ਬੈਠ ਕੇ ਇੰਤਜ਼ਾਰ ਕਰਨਾ ਪੈਂਦਾ ਸੀ। ਪਰ ਉਸ ਮੁਸਲਮਾਨ ਵੀਰ ਦੀ ਸ਼ਰਧਾ ਵੇਖੋ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਤੇ ਲਾਹੌਰ ਜਾਂਦੇ ਸਨ, ਆਪਣੀ ਕੁਟੀਆ 'ਚੋਂ ਬਾਹਰ ਆਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿੰਦਾ ਸੀ, ਮਹਾਰਾਜ ਘੋੜੇ ਤੋਂ ਥੱਲੇ ਨਾ ਉਤਰਿਓ,
ਪੁੱਛਿਆ ਕਿਉਂ? ਕਹਿਣ ਲੱਗੇ ਮੈਂ ਆਪਣੇ ਹੱਥ ਥੱਲੇ ਕਰਦਾ, ਆਪਣੇ ਚਰਨ ਮੇਰੇ ਹੱਥਾਂ ਦੇ ਉੱਤੇ ਰੱਖੋ, ਤਾਂ ਘੋੜੇ ਤੇ ਤੁਹਾਨੂੰ ਥੱਲੇ ਲਾ ਕੇ ਤੇ ਮੈਂ ਆਪਣੀ ਕੁਟੀਆ ਵਿੱਚ ਲੈ ਕੇ ਜਾਵਾਂ। ਇੰਨਾ ਅਦਬ, ਇੰਨਾ ਸਤਿਕਾਰ ਸਾਈਂ ਮੀਆਂ ਮੀਰ। ਜਿਸ ਵੇਲੇ ਦਿੱਲੀ ਦੀ ਧਰਤੀ ਤੇ ਮਹਾਂਪੁਰਖ ਬੈਠੇ, ਵਜ਼ੀਰ ਖਾਂ ਕੋਲ ਬੈਠਾ ਸੀ, ਇਸ ਨੂਰ ਜਹਾਂ ਦੀ ਬੇਗਮ ਨੇ, ਵਾਹਿਗੁਰੂ ਆਣ ਕੇ ਜਹਾਂਗੀਰ ਦੀ ਬੇਗਮ ਨੇ ਤਰਲਾ ਲਿਆ ਨੂਰ ਜਹਾਂ ਦੇ, ਕਿਉਂਕਿ ਉਹ ਵੀ ਲਾਹੌਰ ਦੇ ਰਹਿਣ ਵਾਲੀ ਸੀ। ਸਾਈਂ ਮੀਆਂ ਮੀਰ ਦੇ ਚਰਨਾਂ ਵਿੱਚ ਆਣ ਕੇ ਬੈਠ ਗਈ, ਹੱਥ ਜੋੜ ਕੇ ਤਰਲਾ ਲਿਆ ਸੀ, ਸਾਈਂ ਜੀ ਬਚਪਨ ਵਿੱਚ ਤੁਹਾਡੇ ਕੋਲ ਬੈਠਦੀ ਰਹੀ ਹਾਂ, ਬੜੀਆਂ ਬਖਸ਼ਾਂ ਮਾਣੀਆਂ ਹੈ, ਅੱਜ ਮੇਰੇ ਸਿਰ ਦਾ ਸਾਈਂ ਅੱਤ ਦਾ ਰੋਗੀ ਹੋ ਗਿਆ ਹੈ, ਇਹਦਾ ਇਲਾਜ ਨਹੀਂ ਹੁੰਦਾ ਪਿਆ, ਕਿਤੇ ਇਹਦਾ ਦੁੱਖ ਦੂਰ ਕਰ ਦਿਓ। ਤੇ ਸਾਈਂ ਮੀਆਂ ਮੀਰ ਨੇ ਪਤਾ ਕੀ ਕਿਹਾ ਸੀ? ਕਹਿਣ ਲੱਗੇ ਨੂਰ ਜਹਾਂ, ਜਿਸ ਜਹਾਂਗੀਰ ਬਾਦਸ਼ਾਹ ਨੇ ਸੰਸਾਰ ਦੇ ਵਿੱਚ ਮਹਾਂਪੁਰਖਾਂ ਬ੍ਰਹਮ ਗਿਆਨੀਆਂ ਦੇ ਉੱਤੇ ਇੰਨਾ ਅਤਿਆਚਾਰ ਕੀਤਾ ਹੋਵੇ, ਕਦੀ ਸੁਖੀ ਰਹਿ ਨਹੀਂ ਸਕਦਾ। ਪੁੱਛਿਆ ਵੀ ਉਹ ਕਿਹੜਾ ਐਸਾ ਬ੍ਰਹਮ ਗਿਆਨੀ ਜਿਹਦੇ ਤੇ ਜਹਾਂਗੀਰ ਨੇ ਅਤਿਆਚਾਰ ਕਰ ਦਿੱਤਾ? ਕਹਿਣ ਲੱਗੇ ਦੱਸੋ ਕੌਣ ਹੈ? ਕਹਿਣ ਲੱਗੇ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਹਨੂੰ ਕੈਦ ਕੀਤਾ, ਉਹਦੇ ਵਰਗਾ ਮਹਾਂਪੁਰਖ ਸੰਸਾਰ ਵਿੱਚ ਹੈ ਹੀ ਕੋਈ ਨਹੀਂ। ਉਹਨੇ ਪਤਾ ਕੀ ਕਿਹਾ ਸੀ ਨੂਰ ਜਹਾਂ ਨੂੰ? ਕਹਿਣ ਲੱਗੇ ਜਦੋਂ ਮੈਂ 7ਵੇਂ ਦਿਨ ਇਬਾਦਤ ਵਿੱਚ ਜੁੜਦਾ ਹਾਂ ਤੇ ਜਦੋਂ ਮੈਂ ਨੇਤਰ ਖੋਲ੍ਹਦਾ ਹਾਂ ਨਾ, ਅੱਲਾ ਖੁਦਾ ਦੀ ਜਗ੍ਹਾ ਤੇ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਝਲਕਾਂ ਮਿਲਦੀਆਂ। ਇਹ ਹੀ ਅੱਲਾ ਦਾ ਰੂਪ ਹੈ, ਇਹ ਖੁਦਾ ਦਾ ਰੂਪ ਹੈ। ਤੇ ਜਿਹੜੇ ਖੁਦਾ ਦੇ ਰੂਪ ਨੂੰ ਦੁੱਖ ਦੇਣ ਵਾਲੇ ਹੁਣ ਕਦੀ ਸੁਖੀ ਨਹੀਂ ਹੋ ਸਕਦੇ। ਉਸੇ ਵੇਲੇ ਜਹਾਂਗੀਰ ਬਾਦਸ਼ਾਹ ਕੋਲ ਜਾ ਕੇ ਉਹਨੇ ਤਰਲਾ ਲਿਆ ਸੀ। ਕਹਿਣ ਲੱਗੇ ਤੁਹਾਡੇ ਦੁੱਖਾਂ ਦਾ ਕਾਰਨ ਪਤਾ ਲੱਗ ਗਿਆ। ਪੁੱਛਿਆ ਕੀ? ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਅੱਜ ਕਿਲੇ ਵਿੱਚੋਂ ਬਾਹਰ ਕੱਢੋ, ਉਹਨਾਂ ਦੇ ਕੋਲੋਂ ਮਾਫੀ ਮੰਗੋ, ਚਰਨਾਂ ਦੇ ਢਹੋ, ਤਾਂ ਕਿਤੇ ਤੁਹਾਡਾ ਦੁੱਖ ਕੱਟਿਆ ਜਾਏਗਾ। ਜਦੋਂ ਆਪਣੀ ਬੇਗਮ ਦੀਆਂ ਗੱਲਾਂ ਸੁਣੀਆਂ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵਡਿਆਈ ਸਾਈਂ ਮੀਆਂ ਮੀਰ ਕੋਲੋਂ ਸੁਣੀ, ਵਜ਼ੀਰ ਖਾਂ ਕੋਲੋਂ ਸੁਣੀ, ਉਸ ਵੇਲੇ ਉਹਨੇ ਉਸੇ ਵੇਲੇ ਵਜ਼ੀਰ ਖਾਂ ਨੂੰ ਭੇਜਿਆ ਸੀ। ਕਹਿਣ ਲੱਗੇ ਜਾਓ ਗਵਾਲੀਅਰ ਦੇ ਕਿਲੇ ਵਿੱਚ ਜਾਓ, ਮੇਰੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜੋਦੜੀ ਕਰੋ, ਮੇਰੀਆਂ ਭੁੱਲਾਂ ਬਖਸ਼ ਦਿਓ, ਮੇਰੇ ਤੇ ਕਿਰਪਾ ਕਰੋ, ਤੁਸੀਂ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆਓ। ਤੇ ਗੁਰਮਖੋ ਜਿਸ ਵੇਲੇ ਵਜ਼ੀਰ ਖਾਂ ਇਹ ਹੁਕਮ ਲੈ ਕੇ, ਬਾਦਸ਼ਾਹ ਦੀ ਬੇਨਤੀ ਨੂੰ ਲੈ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਗਿਆ ਹੈ, ਜਿਸ ਵੇਲੇ ਪਹੁੰਚਿਆ ਗਵਾਲੀਅਰ ਦੇ ਕਿਲੇ ਦੇ ਵਿੱਚ, ਮਹਾਰਾਜ ਜੀ ਨੂੰ ਬਚਨ ਸੁਣਾਏ। ਬੜਾ ਖੁਸ਼ ਹੋਇਆ ਵਜ਼ੀਰ ਖਾਂ ਉਸ ਵੇਲੇ, ਜਿਹੜਾ ਹਰੀਦਾਸ ਦਰੋਗਾ ਸੀ, ਬੜਾ ਪ੍ਰਸੰਨ ਹੋਇਆ। ਪਰ ਗੁਰਮੁਖੋ ਉਸੇ ਵੇਲੇ 52 ਰਾਜਿਆਂ ਦੀਆਂ ਅੱਖਾਂ ਭਰ ਆਈਆਂ ਸੀ। ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਉਸੇ ਵੇਲੇ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਜੇ ਸਾਡੇ ਘਰ ਦੇ ਵਿੱਚ ਇਸ ਕਿਲੇ ਵਿੱਚ ਚਰਨ ਪਾਏ ਜੇ, ਜੇ ਸਾਡੇ ਕੋਲ ਆਏ ਜੇ, ਸਾਡੀ ਬਾਂਹ ਫੜੀ ਜੇ, ਕਹਿਣ ਲੱਗੇ ਇੱਕ ਬਖਸ਼ਿਸ਼ ਹੋਰ ਕਰ ਦਿਓ। ਪੁੱਛਿਆ ਜੀ ਕਿਹੜੀ? ਕਹਿਣ ਲੱਗੇ ਜਾਂ ਤੇ ਸਾਨੂੰ ਵੀ ਕਿਲੇ ਵਿੱਚੋਂ ਬਾਹਰ ਕੱਢੋ, ਜਾਂ ਫਿਰ ਆਪ ਵੀ ਇੱਥੇ ਟਿਕ ਜਾਓ। ਕਿਉਂਕਿ ਮਹਾਰਾਜ ਜੀ ਦੇ ਆਉਣ ਦੇ ਨਾਲ ਇਹਨਾਂ ਨੂੰ ਇੰਨਾ ਸਕੂਨ ਮਿਲਿਆ ਸੀ, ਇੱਥੋਂ ਤੱਕ ਇਹਨਾਂ ਦੀ ਹਾਲਤ ਸੀ ਕਈ ਦਿਨ ਤੱਕ ਇਹਨਾਂ ਨੂੰ ਨਹਾਉਣ ਨਹੀਂ ਸੀ ਦਿੱਤਾ ਜਾਂਦਾ, ਇਹਨਾਂ ਦੇ ਖਾਣੇ ਵਿੱਚ ਮਿੱਠਾ ਜ਼ਹਿਰ ਮਿਲਾਇਆ ਜਾਂਦਾ ਸੀ। ਇਹਨਾਂ ਦੀ ਹਾਲਤ ਵੇਖ ਕੇ ਬੰਦਾ ਮੱਥੇ ਤੇ ਹੱਥ ਮਾਰਦਾ ਸੀ, ਕਿਹੜੇ ਇਹਨਾਂ ਨੇ ਪਾਪ ਕੀਤੇ ਨੇ। ਇਹੋ ਜਿਹੀ ਹਾਲਤ ਇਹਨਾਂ ਦੀ ਬਣ ਚੁੱਕੀ ਸੀ। ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਾਣ ਦੇ ਨਾਲ ਰੋਜ਼ ਉੱਥੇ ਦੀਵਾਨ ਸਜਣਾ, ਇਹਨਾਂ ਨੂੰ ਇਸ਼ਨਾਨ ਕਰਨ ਵਾਸਤੇ ਜਲ ਮਿਲਣਾ, ਇਹਨਾਂ ਨੂੰ ਬਾਹਰ ਦਾ ਖਾਣਾ ਮਿਲਣਾ। ਵਿਚਾਰੇ ਕੁਝ ਦਿਨਾਂ ਦੇ ਵਿੱਚ ਹੀ ਰਾਜੀ ਹੋ ਗਏ ਸਨ। ਹੱਥ ਜੋੜ ਕੇ ਖਲੋ ਗਏ, ਮਹਾਰਾਜ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਜੇ ਜਿਹੜਾ ਸਾਨੂੰ ਇਸ ਕੈਦ ਵਿੱਚੋਂ ਬਾਹਰ ਕੱਢਣ ਵਾਲਾ ਹੋਵੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਆਏ ਲੋਕਾਂ ਦਾ ਭਲਾ ਕਰਨ ਵਾਸਤੇ ਨੇ, ਉਸੇ ਵੇਲੇ ਵਜ਼ੀਰ ਖਾਂ ਨੂੰ ਬਚਨ ਕਹਿ ਦਿੱਤੇ ਸੀ। ਕਹਿਣ ਲੱਗੇ ਅਸੀਂ ਨਹੀਂ ਬਾਹਰ ਜਾਣਾ। ਪੁੱਛਿਆ ਕਿਉਂ? ਕਹਿਣ ਲੱਗੇ ਜਾਂ ਤੇ ਇਹਨਾਂ ਨੂੰ ਵੀ ਛੱਡੋ ਜਾਂ ਫਿਰ ਅਸੀਂ ਵੀ ਇੱਥੇ ਬੈਠਾਂਗੇ। ਉਸੇ ਵੇਲੇ ਵਜ਼ੀਰ ਖਾਂ ਨੇ ਜਹਾਂਗੀਰ ਬਾਦਸ਼ਾਹ ਕੋਲ ਜਾ ਕੇ ਪਹੁੰਚ ਕੀਤੀ ਵੀ ਮਹਾਰਾਜ ਜੀ ਨੇ ਮਨਾ ਕਰ ਦਿੱਤਾ ਹੈ, ਜਾਂ ਤੇ ਇਹਨਾਂ ਨੂੰ ਵੀ ਕੈਦ ਵਿੱਚੋਂ ਬਾਹਰ ਕੱਢੋ ਜਾਂ ਫਿਰ ਸਾਨੂੰ ਵੀ ਇੱਥੇ ਰੱਖੋ। ਉਸ ਵੇਲੇ ਜਹਾਂਗੀਰ ਬਾਦਸ਼ਾਹ ਨੇ ਫਿਰ ਆਪਣੀ ਚਾਲ ਚੱਲੀ। ਕਹਿਣ ਲੱਗੇ ਵੀ ਚਲੋ ਜਿਹੜਾ ਮਹਾਰਾਜ ਦਾ ਪੱਲਾ ਫੜ ਕੇ ਆ ਜਾਣਗੇ ਉਹ ਬਾਹਰ ਆ ਜਾਣ। ਉਹਨੇ ਸੋਚਿਆ ਵੀ 2 ਰਾਜੇ ਨਿਕਲ ਗਏ, 4 ਰਾਜੇ ਨਿਕਲ, ਸਾਰੇ ਥੋੜ੍ਹਾ ਨਿਕਲਣਗੇ, ਕੋਈ ਨਾ ਕੋਈ ਤੇ ਬਚਣਗੇ ਨਾ। ਪਰ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਜਦੋਂ ਦੁਬਾਰਾ ਫਿਰ ਬੇਨਤੀ ਕੀਤੀ ਵੀ ਜਿਹੜਾ ਪੱਲਾ ਫੜ ਕੇ ਬਾਹਰ ਆ ਜਾਣ ਉਹ ਨਿਕਲ ਜਾਣਗੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ, ਜਿਹੜਾ ਭਾਈ ਹਰੀਦਾਸ ਦਰੋਗਾ ਸੀ ਉਹਨੇ ਆਪਣੀ ਨਿਗਰਾਨੀ ਵਿੱਚ ਤਿਆਰ ਕਰਵਾਇਆ। ਜਿਸ ਵੇਲੇ ਇਹ ਚੋਲਾ ਤਨ ਤੇ ਪਾਇਆ, ਮਹਾਰਾਜ ਜੀ ਦਾ ਇੱਕ ਇੱਕ ਪੱਲਾ ਫੜ ਕੇ 52 ਰਾਜੇ ਜਿਹੜੇ ਸਨ
ਉਹ ਵੀ ਇਸ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਆਏ। ਜਿਸ ਵੇਲੇ ਸਤਿਗੁਰੂ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆਏ ਨੇ, ਦਿੱਲੀ ਵੱਲ ਨੂੰ ਰਵਾਨਗੀ ਕੀਤੀ। ਰਸਤੇ ਵਿੱਚ ਹੀ ਮਹਾਰਾਜ ਜੀ ਦਾ ਸਿੱਖ ਸੀ, ਜਿਹਨੂੰ ਆਪਾਂ ਘਾਈਆ ਸਿੱਖ ਕਹਿੰਦੇ ਹਾਂ, ਉਹਦੇ ਤੇ ਬਖਸ਼ਿਸ਼ ਕੀਤੀ। ਜਦੋਂ ਦਿੱਲੀ ਦੇ ਵਿੱਚ ਆਏ, ਇੱਕ ਜਗ੍ਹਾ ਤੇ ਜਹਾਂਗੀਰ ਨੇ ਮਹਾਰਾਜ ਜੀ ਦਾ ਤੰਬੂ ਲਵਾਇਆ, ਪਰ ਆਪ ਆਪਣੀ ਬੇਗਮ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਤੇ ਇਕੱਲੇ ਦਰਸ਼ਨ ਨਹੀਂ ਕੀਤੇ ਗੁਰਮੁਖੋ, ਮਹਾਰਾਜ ਜੀ ਦੇ ਘਰ ਦੇ ਵਿੱਚ ਨੇ ਭੇਟਾਵਾਂ ਰੱਖੀਆਂ, ਹੱਥ ਜੋੜ ਕੇ ਮਾਫੀ ਮੰਗੀ ਤੇ ਬਚਨ ਕਹਿ ਦਿੱਤੇ ਸੀ, ਸਤਿਗੁਰੂ ਜਿਹੜਾ ਵੀ ਪਾਪ ਮੇਰੇ ਕੋਲੋਂ ਕਰਵਾਇਆ ਹੈ ਨਾ, ਉਹ ਇਸ ਪਾਪੀ ਚੰਦੂ ਨੇ ਕਰਵਾਇਆ। ਕਹਿਣ ਲੱਗਾ ਇਹਨੂੰ ਸਜ਼ਾ ਤੁਸੀਂ ਦਿਓਗੇ ਕਿ ਮੈਂ ਦੇਵਾਂ? ਮਹਾਰਾਜ ਕਹਿਣ ਲੱਗੇ ਭਾਈ ਇਹਨੂੰ ਸਜ਼ਾ ਸਾਡੇ ਸਿੱਖ ਹੀ ਦੇਣਗੇ। ਇਹਨੇ ਉਸ ਵੇਲੇ ਮਹਾਰਾਜ ਜੀ ਦੇ ਹਵਾਲੇ ਇਸ ਚੰਦੂ ਨੂੰ ਕੀਤਾ ਸੀ। ਜਦੋਂ ਮਹਾਰਾਜ ਜੀ ਇਸ ਦਿੱਲੀ ਦੀ ਧਰਤੀ ਤੋਂ ਤੁਰਨ ਲੱਗੇ, ਕੁਝ ਇਹ ਰਾਜੇ ਸਨ ਜਿਹੜੇ ਹਜੂਰ ਦੇ ਚਰਨਾਂ ਵਿੱਚ ਬੈਠੇ, ਕਹਿਣ ਲੱਗੇ ਮਹਾਰਾਜ ਅਸੀਂ ਵੀ ਤੁਹਾਡੇ ਨਾਲ ਜਾਣਾ। ਹਜੂਰ ਨੇ ਉਸ ਵੇਲੇ ਮਨਾ ਕਰ ਦਿੱਤਾ ਸੀ, ਕਹਿਣ ਲੱਗੇ ਆਪਣੇ ਪਰਿਵਾਰਾਂ ਨੂੰ ਮੁੜ ਇੱਕ ਇੱਕ ਘੋੜਾ 52 ਰਾਜਿਆਂ ਨੂੰ 5-5 ਹਜ਼ਾਰ ਰੁਪਈਆ ਦੇ ਕੇ ਮੇਰੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਨਾਂ ਨੂੰ ਆਪੋ ਆਪਣੇ ਘਰਾਂ ਵਿੱਚ ਭੇਜਿਆ। ਇਹ ਉਹ ਰਾਜੇ ਸਨ ਜਿਨ੍ਹਾਂ ਦੇ ਵਿੱਚ ਭੀਮ ਚੰਦ ਦਾ ਦਾਦਾ ਵੀ ਸੀ, ਜਿਸ ਭੀਮ ਚੰਦ ਨੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਅੱਤ ਦੀਆਂ ਲੜਾਈਆਂ ਕੀਤੀਆਂ। ਖੈਰ ਇਤਿਹਾਸਕਾਰ ਲਿਖਦੇ ਨੇ, ਇਸ ਦਿੱਲੀ ਦੀ ਧਰਤੀ ਤੋਂ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੀਆਂ ਸਿੱਖ ਸੰਗਤਾਂ ਦੇ ਨਾਲ, ਸਤਿਕਾਰਯੋਗ ਬਾਬਾ ਬੁੱਢਾ ਜੀ ਦੇ ਨਾਲ, ਜਿਨ੍ਹਾਂ ਨੇ ਚੌਂਕੀਆਂ ਕੱਢੀਆਂ ਸਨ, ਸਾਰੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ, ਚੰਦੂ ਪਾਪੀ ਨੂੰ ਨਾਲ ਲੈ ਕੇ, ਜੇ ਕਿਸੇ ਨੇ ਇਤਿਹਾਸ ਪੜ੍ਹਨਾ ਹੋਵੇ ਨਾ, ਅੱਜ ਵੀ ਤੁਸੀਂ ਲੁਧਿਆਣੇ ਦੇ ਕੋਲ ਇੱਕ ਪਿੰਡ ਕਟਾਣਾ ਸਾਹਿਬ, ਜਿੱਥੇ ਅਸਥੀਆਂ ਵੀ ਜਲ ਪ੍ਰਵਾਹ ਕੀਤੀਆਂ ਜਾਂਦੀਆਂ, ਉਸ ਕਟਾਣਾ ਸਾਹਿਬ ਤੁਸੀਂ ਦਰਸ਼ਨ ਕਰਨ ਜਾਓ ਨਾ ਕਿਤੇ ਗੁਰਦੁਆਰਾ ਸਾਹਿਬ ਦੇ, ਅੱਜ ਵੀ ਇੱਕ ਉੱਥੇ ਦਰਖਤ ਜੀ, ਉਸ ਦਰਖਤ ਦੇ ਉੱਤੇ ਇਤਿਹਾਸ ਲਿਖਿਆ ਹੈ। ਉੱਥੇ ਲਿਖਿਆ ਵੀ ਇਸ ਦਰਖਤ ਦੇ ਨਾਲ ਚੰਦੂ ਦੇ ਗਲ ਵਿੱਚ ਰੱਸਾ ਪਾ ਕੇ ਸਿੱਖਾਂ ਨੇ ਚੰਦੂ ਪਾਪੀ ਨੂੰ ਇੱਥੇ ਬੰਨ੍ਹਿਆ ਸੀ। ਇਹ ਅੱਜ ਵੀ ਉਹ ਦਰਖਤ ਹੈ ਜਿੱਥੇ ਚੰਦੂ ਪਾਪੀ ਨੂੰ ਬੰਨ੍ਹਿਆ ਸੀ ਕੁੱਤਿਆਂ ਦੀ ਤਰ੍ਹਾਂ, ਕਿਉਂਕਿ ਮਹਾਰਾਜ ਜੀ ਦੇ ਘਰ ਦੇ ਨਾਲ ਅੱਤ ਦਾ ਵੈਰ ਵਿਰੋਧ ਕਰਨ ਵਾਲਾ ਉਹ ਇਤਿਹਾਸ ਮਹਾਰਾਜ ਜੀ ਦਾ ਚੱਲਦਾ ਚੱਲਦਾ ਜਿਸ ਵੇਲੇ ਹਜੂਰ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਨੇ, ਇੱਕ ਨਵਾਂ ਇਤਿਹਾਸ ਸਾਨੂੰ ਪੜ੍ਹਨ ਸੁਣਨ ਨੂੰ ਮਿਲਿਆ ਵੀ ਸਭ ਤੋਂ ਪਹਿਲਾਂ ਦੀਪਮਾਲਾ ਪਤਾ ਕਿਹਨੇ ਕੀਤੀ? ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਨਿਕਲੇ ਨੇ ਨਾ, ਇਸੇ ਕਿਲੇ ਦਾ ਦਰੋਗਾ ਸੀ ਭਾਈ ਹਰਦਾਸ। ਉਹਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਆ ਥੋੜ੍ਹੀ ਦੂਰੀ 'ਤੇ ਮੇਰਾ ਘਰ ਹੈ, ਮੇਰੀ ਹਵੇਲੀ ਹੈ, ਅੱਜ ਸਬੱਬ ਦੇ ਨਾਲ ਤੁਹਾਡੇ ਦਰਸ਼ਨ ਨਸੀਬ ਹੋਏ ਨੇ, ਜਾਂਦੇ ਜਾਂਦੇ ਮੇਰੇ ਘਰ ਦੇ ਵਿੱਚ ਵੀ ਚਰਨ ਪਾਓ। ਜਿਸ ਵੇਲੇ ਮਹਾਰਾਜ ਨੇ ਇਹਦੀ ਬੇਨਤੀ, ਕਿਉਂਕਿ ਇਹ ਸੱਜਣ ਨੇ ਬਹੁਤ ਸੇਵਾ ਕੀਤੀ ਮਹਾਰਾਜ, ਜਿੰਨੇ ਦਿਨ ਵੀ ਸਤਿਗੁਰੂ ਗਵਾਲੀਅਰ ਦੇ ਕਿਲੇ ਵਿੱਚ ਰਹੇ ਨੇ ਨਾ, ਇਹਨੇ ਆਪਣੇ ਹੱਥੀਂ ਮਹਾਰਾਜ ਜੀ ਦੀ ਸੇਵਾ ਕੀਤੀ। ਇਤਿਹਾਸ ਸਤਿਗੁਰਾਂ ਦਾ ਸਾਡੇ ਸਿੱਖਾਂ ਨੇ ਬਹੁਤ ਕਮਾਲ ਦਾ ਲਿਖਿਆ। ਜਿਸ ਵੇਲੇ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਦੇ ਘਰ ਦੇ ਵਿੱਚ ਗਏ, ਸ਼ਾਮ ਦਾ ਸਮਾਂ ਸੀ, ਇਸ ਗੁਰਮੁਖ ਪਿਆਰੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਸਭ ਤੋਂ ਪਹਿਲਾਂ ਇਸ ਸਿੱਖ ਨੇ ਆਪਣੇ ਘਰ ਦੇ ਵਿੱਚ ਦੀਪਮਾਲਾ ਕੀਤੀ ਸੀ, ਜਿਹੜਾ ਅਸੀਂ ਦੀਵਾਲੀ ਦਾ ਦਿਨ ਮਨਾਉਂਦੇ। ਪਰਤ ਕੇ ਮਹਾਰਾਜ ਜੀ ਸਾਰੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਨੇ। ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਸਾਰੇ ਨਗਰ ਦੇ ਲੋਕਾਂ ਨੂੰ ਪਤਾ ਲੱਗਾ ਹੈ ਅੱਜ ਸਾਡਾ ਦੀਨ ਦੁਨੀਆ ਦਾ ਮਾਲਕ ਸੱਚੇ ਪਾਤਸ਼ਾਹ ਵਾਪਸ ਆਇਆ। ਕੋਈ ਐਸਾ ਘਰ ਨਹੀਂ ਸੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਜਿਸ ਘਰ ਦੇ ਵਿੱਚ ਮਹਾਰਾਜ ਜੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਦੀਪਮਾਲਾ ਨਾ ਕੀਤੀ ਹੋ। ਪੂਰੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਮ ਦੇ ਉਸ ਵੇਲੇ ਗੁਣ ਗਾਏ ਗਏ। ਉਸ ਵੇਲੇ ਮਹਾਰਾਜ ਜੀ ਦੀ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ ਗਈ। ਜਿਹੜਾ ਮਹਾਨ ਪਵਿੱਤਰ ਦਿਹਾੜਾ ਅੱਜ ਅਸੀਂ ਹਰੇਕ ਗੁਰਦੁਆਰਿਆਂ ਦੇ ਵਿੱਚ, ਹਰੇਕ ਜਗ੍ਹਾ 'ਤੇ ਬਹੁਤ ਵੱਡੀ ਪੱਧਰ ਦੇ ਨਾਲ ਇਸ ਮਹਾਨ ਪਵਿੱਤਰ ਦਿਹਾੜੇ ਨੂੰ ਮਨਾਇਆ ਜਾਂਦਾ ਹੈ। ਇਹਨੂੰ ਅਸੀਂ ਬੰਦੀ ਛੋੜ ਦਿਵਸ ਕਹਿੰਦੇ ਹਾਂ ਵੀ ਮਹਾਰਾਜ ਜੀ ਨੇ ਇਹਨਾਂ ਲੋਕਾਂ ਨੂੰ ਜਿਹੜੇ ਬੰਦੀ ਬਣੇ ਸਨ ਉਹਨਾਂ ਨੂੰ ਛੁਡਾਇਆ। ਤੇ ਸਾਡੇ ਸਿੱਖ ਵਿਦਵਾਨ ਅੱਜ ਵੀ ਅਰਦਾਸ ਕਰਦੇ ਨੇ, ਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਨੂੰ ਬੰਦੀਆਂ ਨੂੰ ਤੁਸੀਂ ਕੈਦ ਵਿੱਚੋਂ ਛੁਡਵਾ ਦਿੱਤਾ। ਅੱਜ ਸਿੱਖ ਵੀ ਬੰਧਨਾਂ ਵਿੱਚ ਪਿਆ ਏ, ਇਹਦੇ 'ਤੇ ਬਖਸ਼ਿਸ਼ ਕਰੋ, ਇਹਦੇ ਬੰਧਨ ਕੱਟੇ ਜਾਣ। ਇੱਕ ਅਰਦਾਸ ਸਿੱਖ ਪੰਥ ਹੋਰ ਕਰਦਾ ਪਿਆ ਜੀ, ਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਅੱਜ ਉਹ ਵੀ ਲੋਕ ਸਿੱਖ ਨੇ ਜਿਨ੍ਹਾਂ ਦੀਆਂ ਵਿਚਾਰਿਆਂ ਦੀਆਂ ਕੈਦਾਂ ਵੀ ਪੂਰੀਆਂ ਹੋ ਗਈਆਂ ਨੇ, ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਨੇ,
पर हले भी हुकूमत जिहड़ी उन्हां नूं छड्ड नहीं रही। हे गुरु हरगोबिंद साहब महाराज किरपा करो, बख्शिश करो, उन्हां सिखां नूं भी इन्हां रिहावां इन्हां कैदखानिਆਂ ਦੇ ਵਿੱਚੋਂ रिहा करके आप उन्हां ते बख्शां रहमतां करो। ये महान पवित्र दिहाड़े दियां आप सारियां संगतां नूं लख लख ਵਧਾਈਆਂ। गुरु हरगोबिंद साहब महाराज किरपा करन, गुरु के चरनां नाल जुड़ के ਅਸੀਂ भी अपने जीवन नूं सफला करिए। ਜਿਹੜੇ ਬੰਧਨਾਂ ਦੇ ਵਿੱਚ ਸੰਸਾਰ अज ਬੰਝਿਆ ਪਿਆ है ना, ਉਹ ਬੰਧਨ गुरु हरगोबिंद साहब महाराज जी ਕੱਢ ਸਕਦੇ ਨੇ। ਪਹਿਲਾਂ मैं ਮੰਗਲਾ ਚਰਨ ਦੇ ਵਿੱਚ ਉਹੀ ਬਚਨ ਪੜ੍ਹੇ ਸੀ, सतगुर सिख की करे प्रतिपाल, सेवक को गुर सदा दयाल, सिख की गुर दुरमत मिल हिरै, गुर बचनी हर नाम उचरै, सतगुर सिख के ਬੰਧਨ ਕਾਟੇ। गुरु हरगोबिंद साहब महाराज जी ਜਿਹੜਾ ਸਾਡੇ ਸਾਰੇ ਬੰਧਨਾਂ ਨੂੰ ਕੱਟ ਸਕਦਾ ਹੈ, ਪਰ ਉਸ ਗੁਰੂ ਨੇ ਤਾਂ ਕੱਟਣੇ ਨੇ ਜੇ ਅਸੀਂ ਵੀ ਉਸ ਗੁਰੂ ਦਾ ਪੱਲਾ ਫੜਾਂਗੇ। ਮਹਾਰਾਜ ਇਸੇ ਤਰ੍ਹਾਂ ਸਾਨੂੰ ਆਪਣੇ ਚਰਨਾਂ ਨਾਲ ਜੁੜੀ ਰੱਖਣ ਤਾਂ ਕਿ ਸਾਡੇ ਤੇ ਬਖਸ਼ਿਸ਼ ਰਹਿਮਤਾਂ ਹੋ ਸਕਣੇ ਨੇ। ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਵਿਚਾਰਾਂ ਕਰਦੇ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਆਓ ਅਗਲਾ ਪ੍ਰੋਗਰਾਮ ਸਤਿਕਾਰਯੋਗ ਸਕੱਤਰ ਸਾਹਿਬ ਜੀ ਹੁਣਾਂ ਕੋਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। वाहेगुरु जी, वाहेगुरु, वाहेगुरु, वाहेगुरु जी, वाहेगुरु, साहेब जी, जे सो चंदा उगवे, सूरज चढ़े हजार, एते चानण होंदिया गुर बिन गुर बिन घोर अंधार। दिवाली दी रात दीवे बालियम, दीवे बालियन, दीवे बालियन। दिवाली दी रात दीवे बालियन, दीवे बालियन, दीवे बालियन, दीवे बालियन, दीवे बालियन। दिवाली दी रात दीवे बालियन, दीवे बालियन, दीवे बालियन, दीवे बालियन, दीवे बालियन। तारे जात सनात अंबर बालियन,
तारे जात सनात अंबर थालियन दीवे बालियन दीवे बालियन दीवे बालियन फुल्ला दी बागात चुन चुन चालियन फुल्ला दी बागात चुन चुन चालियन तीरथ जाति जात नैन निहालियन तीरथ जाति जात नैन निहालियन दीवाली दी रात दीवे बालियन 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 हर चंदौरी चाहत वसाए उचालियन हर चंदौरी चाहत वसाए उचालियन गुरमुख सुख फलदात शब्द संभालियन हर चंदौरी चाहत वसाए उचालियन हर चंदौरी चाहत वसाए गुरमुख सुख फलदात शब्द संभालियन गुरमुख शब्द संभालियन दीवाली दी रात दीवे बालियन 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 दीवाली दी रात दीवे बालियन दीवाली दी रात दीवे बालियन दीवाली दी रात दीवे बालियन दीवे बालियन। ਇਹ ਪਾਵਨ ਪੰਕਤੀਆਂ ਆਪਾਂ ਸਾਰੇ ਰਲ ਕੇ ਗਾਵਾਂਗੇ। ਭਾਈ ਗੁਰਦਾਸ ਜੀ ਕਹਿ ਰਹੇ ਨੇ ਬਈ ਦੀਵਾਲੀ ਦੇ ਦਿਨ ਕੱਲੇ ਦੀਵੇ ਹੀ ਨਾ ਜਗਾਏ, ਕੋਸ਼ਿਸ਼ ਕਰਨਾ ਤੇਰੇ ਅੰਦਰ ਨਾਮ ਦਾ ਦੀਵਾ ਵੀ ਜਗ ਜਾਏ। ਠੀਕ ਹੈ, ਸਾਡੇ ਬੱਚਿਆਂ ਵਾਸਤੇ ਇੰਜੋਇਮੈਂਟ ਹੋ ਸਕਦਾ ਹੈ, ਪਰ ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੇ ਪਸਾਰੇ, ਨਾਮ ਤੇਰੇ ਕੀ ਜੋਤ ਜਗਾਏ। ਜਿਸ ਹਿਰਦੇ ਵਿੱਚ ਬੰਦਗੀ ਦਾ ਦੀਵਾ ਜਗ ਜਾਏ, ਤੇ ਕਹਿੰਦੇ ਨੇ
ਉਸ ਘਰ ਵਿੱਚ ਫਿਰ ਉਹ ਰੋਸ਼ਨੀ ਪੈਦਾ ਹੁੰਦੀ ਹੈ, ਉਹ ਰੋਸ਼ਨੀ ਪੈਦਾ ਹੁੰਦੀ ਹੈ। ਜਿਵੇਂ ਸੂਰਜ ਚੜ੍ਹਦਾ ਹੈ ਨਾ ਤੇ ਚੰਦਰਮਾ ਛੁਪ ਜਾਂਦਾ ਹੈ। ਚੰਦਰਮਾ ਕੋਈ ਕਿਤੇ ਗਿਆ ਨਹੀਂ, ਚੜ੍ਹਿਆ ਉਹ ਵੀ ਹੋਇਆ ਹੈ। ਇਵੇਂ ਹੀ ਜਿਨ੍ਹਾਂ ਨੂੰ ਬਾਣੀ ਦੀ ਰੋਸ਼ਨੀ ਦੀ, ਸੱਚ ਦਾ ਸੂਰਜ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਮਿਲ ਜਾਏ, ਕਹਿੰਦੇ ਨੇ ਫਿਰ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ। ਉਹਨੂੰ ਪੁੱਛਣ ਦੀ ਲੋੜ ਨਹੀਂ, ਉਹਦੇ ਅੰਦਰੋਂ ਹੀ ਝਰਨੇ ਫੁੱਟ ਪੈਂਦੇ ਨੇ। ਪ੍ਰਾਨੀ ਤੂੰ ਆਇਆ ਲਾਹਾ ਲੈ। ਹੁਣ ਉਹ ਜੋ ਸੁਣਦਾ ਹੈ ਨਾ, ਗੁਰੂ ਦੀ ਗੋਦ ਵਿੱਚ ਬੈਠ ਕੇ ਕਮਾਉਣ ਦਾ ਯਤਨ ਵੀ ਕਰਦਾ ਹੈ। ਇਹ ਪਾਵਨ ਪੰਕਤੀਆਂ ਇੱਕ ਵਾਰੀ ਰਲ ਕੇ ਗਾਵਾਂਗੇ ਸਾਰੇ। ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਖੁਸ਼ੀਆਂ ਲੈ ਕੇ ਜਾਇਓ, ਕਿਉਂਕਿ ਉਹਨਾਂ ਨੇ ਕੱਲੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾ ਨਹੀਂ ਕੀਤਾ, ਉਹਨਾਂ ਨੇ ਜ਼ਿੰਦਗੀ ਤੋਂ ਮੁਕਤ ਕਰ ਦਿੱਤਾ। ਜਨਮ ਤੇ ਮਰਨ ਦੀ ਚੱਕਰੀ ਵਿੱਚੋਂ ਵੀ ਮਹਾਰਾਜ ਨੇ ਉਹਨਾਂ ਨੂੰ ਬਚਾ ਲਿਆ। ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਵੇ ਬਾਲੀਆਂ, ਦੀਵੇ ਬਾਲੀਆਂ, ਹਾਂ ਦੀਵੇ ਬਾਲੀਆਂ, ਦੀਵੇ ਬਾਲੀਆਂ। ਪੜੋ ਜੀ। ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਵੇ ਬਾਲੀਆਂ, ਦੀਵੇ ਬਾਲੀਆਂ, ਦੀਵੇ ਬਾਲੀਆਂ, ਦੀਵੇ ਬਾਲੀਆਂ। ਧੰਨ ਸ਼੍ਰੀ ਗੁਰੂ ਹਰਗੋਬਿੰਦ ਜੀ, 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 ਧੰਨ ਸ਼੍ਰੀ ਗੁਰੂ ਹਰਗੋਬਿੰਦ ਜੀ। ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਵੇ ਬਾਲੀਆਂ, ਦੀਵੇ ਬਾਲੀਆਂ, ਦੀਵੇ ਬਾਲੀਆਂ, ਦੀਵੇ ਬਾਲੀਆਂ। ਸੱਚ ਦਾ ਦੀਵਾ ਕਈਆਂ ਦੇ ਅੰਦਰ ਜਗ ਜਾਏ ਤੇ ਜਗਿਆ ਵੀ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਬੈਠੇ ਨੇ ਨਾ ਪ੍ਰਕਾਸ਼ਵਾਨ ਹੋ ਕੇ, ਤੇ ਲੰਬੀਆਂ ਲੰਬੀਆਂ ਕਤਾਰਾਂ ਸੰਗਤਾਂ ਦੀਆਂ ਲੱਗੀਆਂ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਿਰਾਜਮਾਨ ਨੇ। ਭਰੀ ਸੰਗਤ ਵਿੱਚੋਂ ਇੱਕ ਮਾਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕ ਕੇ ਕਹਿੰਦੀ ਏ, ਸਤਿਗੁਰੂ, ਐ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤੂੰ ਪਾਪੀ ਹੋ ਬਖਸ਼ਣਹਾਰ, ਤੂੰ ਪਾਪੀ ਹੋ ਬਖਸ਼ਣਹਾਰ। ਇਹ ਮਾਂ ਉੱਚੀ ਉੱਚੀ ਜਦੋਂ ਬੋਲਦੀ ਏ ਨਾ ਭਰੀ ਸੰਗਤ ਵਿੱਚ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਮੱਥਾ ਟੇਕਦੀ ਏ ਤੇ ਕਹਿੰਦੀ ਏ, ਦਾਤਿਆ ਤੂੰ ਪਾਪੀ ਹੋ ਬਖਸ਼ਣਹਾਰ। ਸਾਰੀ ਸੰਗਤ ਸੁਣ ਹੋ ਗਈ। ਇੰਨੀ ਦੇਰ ਨੂੰ ਇੱਕ ਗੁਰਸਿੱਖ ਖਲੋਈ ਗਿਆ ਤੇ ਕਹਿਣ ਲੱਗਾ, ਮਾਤਾ ਸ਼ਬਦ ਗਲਤ ਨਾ ਬੋਲ, ਬਾਣੀ ਗਲਤ ਨਾ ਪੜ, ਬਾਣੀ ਹੈ ਹਉ ਪਾਪੀ ਤੂੰ ਬਖਸ਼ਣਹਾਰ, ਹਉ ਪਾਪੀ ਤੂੰ ਬਖਸ਼ਣਹਾਰ ਕਹਿ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਸਿੱਖ ਨੂੰ ਇਸ਼ਾਰਾ ਕੀਤਾ, ਭਾਈ ਗੁਰਮੁਖਾ ਤੂੰ ਬੈਠ ਜਾ। ਇਸ ਮਾਤਾ ਦੀਆਂ ਤਾਰਾਂ ਸਾਡੀਆਂ ਅੰਦਰੋਂ ਜੁੜੀਆਂ ਹੋਈਆਂ ਨੇ। ਜਦੋਂ ਸਾਡੇ ਦਰਸ਼ਨ ਕਰਦੀ ਹੈ ਨਾ, ਇਹ ਦੁਨੀਆ ਨੂੰ ਵੀ ਭੁੱਲ ਜਾਂਦੀ ਹੈ, ਮੈਂ ਕੌਣ ਹਾਂ ਉਹਨੂੰ ਵੀ ਭੁੱਲ ਜਾਂਦੀ ਹੈ ਸੱਚੀ ਤੇ ਸੁੱਚੀ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ, ਪਿਆਰ ਵਿੱਚ ਕੋਈ ਕਮੀ ਨਹੀਂ। ਜੋ ਇਹ ਬੋਲਦੀ ਹੈ ਨਾ, ਇਹਦਾ ਬੋਲਿਆ ਪ੍ਰਵਾਨ ਹੈ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਦੀਵਾ ਨਾਮ ਦਾ ਉਹਨਾਂ ਦਾ ਜਗੇਗਾ ਜਿਹੜੇ ਭਾਵਨਾ ਨਾਲ ਬੈਠਣਗੇ, ਕੱਲਾ ਸਰੀਰ ਨਹੀਂ, ਤੇਰਾ ਮਨ ਵੀ ਬੈਠ ਜਾਏਗਾ। ਫਿਰ ਤੁਸੀਂ ਆਖੋਗੇ ਬਈ ਵਾਕਈ ਗੁਰੂ ਹਰਗੋਬਿੰਦ ਸਾਹਿਬ ਜੀ ਨਵੇਂ ਨਿਰੋਵੇਂ ਨੇ, ਆਪਣੇ ਬੱਚਿਆਂ ਦੀਆਂ ਅਰਦਾਸਾਂ ਵੀ ਸੁਣਦੇ ਨੇ ਤੇ ਨਾਮਦਾਨ ਨਾਲ ਸਾਡੀਆਂ ਝੋਲੀਆਂ ਵੀ ਭਰ ਰਹੇ ਨੇ। ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਹੱਥ ਦੇ ਰੱਖਿਆ, ਹਰ ਗੋਬਿੰਦ ਨਵਾ ਨਿਰੋਵਾ।
मेरा सतगुर रखवाला होवा, मेरा सतगुर रखवाला होवा। तार किरपा प्रभु हाथ दे रखिया, हर गोविंद नवा नरवा। तार किरपा प्रभु हाथ दे रखिया, हर गोविंद नवा नरो। हाथ दे रखिया, हाथ दे रखिया, जपला रखिया, हाथ दे रखिया। मेरा सतगुर रखवाला होवा, मेरा सतगुर रखवाला होवा। तार किरपा प्रभु हाथ दे रखिया, हर गोविंद नवा नरोवा। तार किरपा प्रभु हाथ दे रखिया, हर गोविंद नवा नरोवा। ताप गया प्रभु आप मिटाया, जन की लाज रखाई। ताप गया प्रभु आप मिटाया, जन की लाज रखाई। साध संगत ते सब फल पाए, सतगुर के बल जाई, सतगुर के बल जाई। मेरा सतगुर, मेरा सतगुर रखवाला होवा, मेरा सतगुर रखवाला होवा। तार किरपा प्रभु हाथ दे रखिया, हर गोविंद नवा नरोवा। तार किरपा प्रभु हाथ दे रखिया, हर गोविंद नवा नरोवा। हालत पलत प्रभु दोवें सवारे, हमरा गुण अवगण ना विचारया। हमरा गुण अवगुण ना विचारया। गुण अवगुण हमरा गुण अवगुण ना, गुण अवगुण ना विचारया। हलत पलत प्रभु दोवें सवार, दोवें सवारे। अटल बचन, अटल बचन, अटल बचन, नानक गुर तेरा, सफल कर मस्तक धारया। हुक्म अंदर सबको बाहर, हुक्म न कोई नानक हुक्म जे बूझे, ताहों में कहे न कोई। जह बैसाले तह बैसा स्वामी,
जह भेजे तह जावा, सब नगरी में, सब नगरी में एको राजा, 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 सब नगरी में एको राजा। सबे पवित्र है थावा, 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 सबे पवित्र है थावा। सब नगरी में एको राजा, सब नगरी में एको राजा, सब नगरी में एको राजा, सब नगरी में एको राजा। सबे पवित्र है थावा, सबे पवित्र है थावा, सबे पवित्र है थावा, सबे पवित्र है थावा। सब नगरी में एको राजा, 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 सब नगरी में एको राजा। राजन के राजा महाराजन के महाराजा, ऐसो राज जोड़ो दूजा कौन त्याइया, दूजा कौन त्याइया, कौन त्याइया। वाहिगुरु 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 वाहिगुरु, वाहिगुरु 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 वाहिगुरु, वाहिगुरु 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 वाहिगुरु, वाहिगुरु 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 वाहिगुरु। अटल बचन नानक गुर तेरा, सफल कर मस्तक धारया। अटल बचन नानक गुर तेरा, सफल कर मस्तक धारया, सफल कर मस्तक धारया। मेरा सतगुर, मेरा सतगुर रखवाला होवा, मेरा सतगुर रखवाला होवा। तार कृपा प्रभ हाथ दे रखया, हर गोविंद नवान रोआ। तार कृपा प्रभ हाथ दे रखया, हर गोविंद नवान रोआ, हर गोविंद नवान रोआ, हर गोविंद नवा